ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾਂ। ਸਰਬ ਨਿਧਾਨ ਪੂਰਨ ਗੁਰਦੇਵ ਰਹਾਉ। ਸਰਬ ਨਿਧਾਨ ਪੂਰਨ ਗੁਰਦੇਵ ਰਹਾਉ। ਹਰ ਹਰ ਨਾਮ ਜਪਤ ਨਰ ਜੀਵੇ, ਮਰਖੁਆਰ ਸਾਕਤ ਨਰ ਥੀਵੇ। ਰਾਮ ਨਾਮ ਹੋਆ ਰਖਵਾਰਾ, ਚਖ ਮਾਰੋਂ ਸਾਕਤ ਵਿਚਾਰਾ। ਨਿੰਦਾ ਕਰ ਕਰ ਪਚਹਿ ਕਨੇਰੇ, ਮਿਰਤਕ ਫਾਸ ਗਲੇ ਸਿਰ ਪੈਰੇ। ਕਹੋ ਨਾਨਕ ਜਪਹਿ ਜਨ ਨਾਮ, ਤਾਂ ਕੇ ਨਿਕਟ ਨਾ ਆਵੈ ਜਾਮ। ਕਹੋ ਨਾਨਕ ਜਪਹਿ ਜਨ ਨਾਮ, ਤਾਂ ਕੇ ਨਿਕਟ ਨਾ ਆਵੈ ਜਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰਪਾਰ ਬਖਸ਼ਿਸ਼ ਸ਼ਾਮ ਸਮੇਂ ਸੰਗਤ ਦੇ ਪਲ ਅਸੀਂ ਪ੍ਰਾਪਤ ਕੀਤੇ ਨੇ। ਸਮਾਂ ਗੁਰਬਾਣੀ ਵਿਆਖਿਆਨ ਦਾ ਹੈ, ਨਾਲ ਹੀ ਤਵਾਰੀਖੀ ਰੰਗ ਵਿੱਚੋਂ ਸ਼ਹੀਦ ਸਰਦਾਰ ਬੇਅੰਤ ਸਿੰਘ, ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ। ਸ਼ਹੀਦਾਂ ਦੀ ਜੋ ਹੋਂਦ ਆ, ਉਹ ਕੌਮ ਦਾ ਸਭ ਤੋਂ ਵੱਡਾ ਸਰਮਾਇਆ ਹੁੰਦੀ ਹੈ। ਕੌਮੀ ਤੌਰ 'ਤੇ ਆਪਣੇ ਮਰਜੀਵੜਿਆਂ ਨੂੰ ਹਮੇਸ਼ਾ ਅਕੀਦਤ ਅਦਾ ਕਰਨੀ, ਇਹ ਕੌਮ ਦਾ ਸਭ ਤੋਂ ਵੱਡਾ ਫਰਜ਼ ਹੁੰਦਾ ਹੈ। ਸੋ ਉਹਨਾਂ ਸੂਰਬੀਰਾਂ ਨੂੰ ਕੋਟਾਨ ਕੋਟ ਨਮਨ ਹੈ। ਆਓ ਗੁਰਬਾਣੀ ਦੀ ਵਿਵੇਚਨਾ ਨਾਲ ਜੁੜੀਏ। ਆਉਂਦੇ ਲਗਾਤਾਰ 4 ਰੋਜ਼ ਜੋ ਜੈਨੋਸਾਈਡ ਹੋਇਆ ਦਿੱਲੀ ਤੇ ਸਮੁੱਚੇ ਭਾਰਤੀ ਖਿੱਤੇ ਦੇ ਵਿੱਚ, ਉਹਦੇ ਬਾਬਤ ਵੀ ਬਾਤ ਕਰਾਂਗੇ, ਉਹਨਾਂ ਨੂੰ ਟ੍ਰਿਬਿਊਟ ਵੀ ਕਰਾਂਗੇ। ਪਰ ਅੱਜ ਜੋ ਵਿਚਾਰ ਹੈ ਉਹ ਬਾਣੀ ਤੋਂ ਪ੍ਰਾਰੰਭ ਕਰ ਰਹੇ ਹਾਂ। ਗੁਰੂ ਮਹਾਰਾਜ ਜੀ ਦੇ ਰਾਗ ਬਿਲਾਵਲ ਦੇ ਬਚਨ ਨੇ। ਮਹਲਾ ਪੰਜਵਾਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ, ਉਹਨਾਂ ਦੁਆਰਾ ਉਚਰਿਤ ਕੀਤੀ ਬਾਣੀ ਹੈ। ਜਿਵੇਂ ਆਪ ਪਿੱਛੇ ਲੜੀਵਾਰ ਸੁਣਦੇ ਆ ਰਹੇ ਹੋ, ਛੋਟ ਆਕਾਰੀ ਚੌਪਦਿਆਂ ਦੇ ਸ਼ਬਦ ਨੇ। ਇਹਦੇ 'ਚ ਥੋੜ੍ਹਾ ਜਿਹਾ ਡਿਫਰੈਂਸ ਇਹ ਹੈਗਾ ਕਿ ਮੋਸਟਲੀ ਹਰ ਇੱਕ ਪਦਾ 2 ਪੰਕਤੀਆਂ ਕੈਰੀ ਕਰ ਰਿਹਾ ਸੀਗਾ, ਪਰ ਇੱਥੇ ਰਹਾਉ ਦਾ ਬੰਦ ਸਿਰਫ 1 ਪੰਕਤੀ ਕੈਰੀ ਕਰ ਰਿਹਾ। ਇਹ ਅਕਸਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ 'ਚ ਆਪ ਜੀ ਨੂੰ ਮਿਲ ਜਾਏਗਾ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ, ਸਨਕ ਸਨੰਦ ਮਹੇਸ਼ ਮਾਨਾ ਸੇਖ ਨਾਗ ਤਿਰੋ ਮਰਮ ਨਾ ਜਾਣਾ, ਸਾਧ ਸੰਗਤ ਰਾਮ ਹਿਰਦੈ ਬਸਾਈ। ਬਾਬਾ ਕਬੀਰ ਜੀ ਦਾ ਬਚਨ, ਇੱਕੋ ਲਾਈਨ ਆ ਜੋ ਮੇਨ ਆਈਡੀਆ ਬਣਦਾ ਰਹਾਉ। ਸਾਧ ਸੰਗਤ ਰਾਮ ਹਿਰਦੈ ਬਸਾਈ ਰਹਾਉ। ਇਹੋ ਜਿਹੇ ਹੋਰ ਬਹੁਤ ਸਾਰੇ ਸ਼ਬਦ ਨੇ। ਉਹਨਾਂ ਵਿੱਚ ਇਹ ਸ਼ਬਦ ਇਹ ਹੈ, ਸਰਬ ਨਿਧਾਨ ਪੂਰਨ ਗੁਰਦੇਵ ਰਹਾਉ। ਸਰਬ ਨਿਧਾਨ ਪੂਰਨ ਗੁਰਦੇਵ। ਮਹਾਰਾਜ ਜੋ ਬਿਆਨ ਕਰਦੇ, ਸਰਬ ਨਿਧਾਨ, ਨਿਧਾਨ ਅਸੀਂ ਕਹਿੰਦੇ ਹਾਂ ਖਜ਼ਾਨੇ ਨੂੰ, ਸਹੀ ਰੂਪ 'ਤੇ ਕਿਹਾ ਜਾਏ ਤੇ ਟਰੈਜਰ ਨੂੰ। ਜੀਵਨ ਦੇ ਵਿੱਚ ਜਿਵੇਂ ਬੀਤੇ ਸ਼ਬਦ 'ਚ ਆਪਾਂ ਬਾਤ ਕਰ ਰਹੇ ਸੀਗੇ, ਧਰਮ ਅਰਥ ਕਾਮ ਮੋਹ ਕਾ ਦਾਤਾ, ਪੂਰੀ ਪਈ ਸਿਮਰ ਸਿਮਰ ਵਿਧਾਤਾ। ਧਰਮ ਅਰਥ ਕਾਮ ਮੋਹ 4 ਪਦਾਰਥ ਦੀ ਬਾਤ ਹੋਈ। ਇੱਥੇ ਕਿਹਾ ਸਰਬ ਨਿਧਾਨ, ਸਭ ਖਜ਼ਾਨੇ। ਮਾਨਵੀ ਸੋਚ ਦੇ ਅੰਦਰ ਧਰਤੀ ਦੇ ਉੱਤੇ ਹਰ ਪ੍ਰਾਪਤੀ ਹੋਏ, ਉਹ ਪ੍ਰਾਪਤੀ ਮਟੀਰੀਅਲਿਸਟਿਕ ਵਰਲਡ ਦੀ ਵੀ ਹੋ ਸਕਦੀ ਹੈ, ਜਿਹਦੇ ਬਾਬਤ ਸੰਸਾਰ ਵਿੱਚ ਜਿਉਂਦੇ ਹੋਏ ਸਾਨੂੰ ਸਭ ਤੋਂ ਵੱਡੀ ਲੋੜ ਹੈ ਜੀਵਨ ਜੀਣ ਵਾਸਤੇ। ਤੇ ਬਾਬਾ ਜੀ ਨੇ ਇਸ ਗੱਲ ਤੋਂ ਸਾਨੂੰ ਹਟਾਇਆ ਨਹੀਂਗਾ, ਬਲਕਿ
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤੇ ਬੜਾ ਲਿਟਰਲੀ ਤੌਰ ਤੇ ਬਿਆਨ ਕੀਤਾ ਕਿ ਜੀਵਨ ਦਾ ਮਨੋਰਥ ਜਿਹੜਾ ਆ ਉਹ ਕਿਸੇ ਰਿਨਾਊਂਸੀਏਸ਼ਨ ਦੇ ਵਿੱਚ ਨਹੀਂ ਤੇਰਾ ਪੂਰਾ ਹੋ ਸਕਦਾ। ਵੀ ਸਪੋਜ਼ ਸਮਵਨ ਇਜ਼ ਕਲੇਮਿੰਗ or someone is following the path of renunciation and renouncing this world and after that becoming a monk or claiming some sort of saintly person and thinking I'm getting some sort of spiritual achievement in my life. Baba is saying it's your just fake belief. The reality is, if you really want to enjoy the purpose of life, then Baba Ji very clear in his Bani, Baba Ji saying ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ। ਜੀਵਨ ਹੱਸਣਾ ਖੇਡਣਾ ਅਪਣਾਉਣਾ ਹਰ ਚੀਜ਼ ਦਾ ਨਾਂ ਹੈ, ਤੇ ਜਿਹੜੇ ਹਾਸੇ ਠੱਠੇ ਖੇਡ ਕਮਾਈ ਇਹ ਸਭ ਇਹ ਹਿੱਸਾ ਹੈ ਉਸ ਰੂਪ ਦੇ ਵਿੱਚ। ਹਾਂ, ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ। ਤੂੰ ਸਤਿਗੁਰੂ ਨੂੰ ਭੇਟ ਹੋਣਾ ਹੈ, ਤੇਰੇ ਜੀਵਨ ਦੀ ਜੁਗਤ ਜਿਹੜੀ ਹੈ ਮੈਥਡੋਲੋਜੀ ਮੈਥਡ ਤਰੀਕਾ ਜੀਵਨ ਜੀਣ ਦਾ ਉਹ ਠੀਕ ਹੋਏ। ਸੋ ਉਹਦੇ ਉੱਤੇ ਮਹਾਰਾਜ ਨੇ ਜਿਹੜਾ ਹੈਗਾ ਸਾਨੂੰ ਇੱਕ ਤਰ੍ਹਾਂ ਦੇ ਨਾਲ ਪ੍ਰੇਰਿਆ। ਜੇ ਬਾਣੀ 'ਚ ਪੜ੍ਹਦੇ ਹਾਂ ਤਾਂ ਅਸੀਂ ਅਕਸਰ ਸ਼ਬਦ ਪੜ੍ਹਦੇ ਹਾਂ, ਉਦਮ ਕਰੇਂਦਿਆਂ ਜਿਉ ਤੂੰ ਕਮਾਉਂਦਿਆਂ ਸੁਖ ਪੁੰਜ ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਜੇ ਤੇਰੀਆਂ ਚਿੰਤਾਵਾਂ ਲੈਣੀਆਂ ਨੇ ਤੇ ਭਾਈ ਉਦਮ ਕਰੇਂਦਿਆਂ ਐਫਰਟ ਕਰਨ ਨਾਲ ਹੋਏਗਾ। ਪ੍ਰਯਾਸ ਕਰ, ਤੇ ਪ੍ਰਯਾਸ ਕਾਹਦੇ ਲਈ ਕਰਾਂਗੇ? ਸਰਮਾਏਦਾਰੀ ਕਮਾਉਣ ਵਾਸਤੇ, ਪੈਸਾ ਕਮਾਉਣ ਵਾਸਤੇ, ਸਭ ਚੀਜ਼ਾਂ ਵਾਸਤੇ। ਸੋ ਇਹ ਸੰਸਾਰ ਦੇ ਸਾਨੂੰ ਇਹ ਸਭ ਚੀਜ਼ਾਂ ਚਾਹੀਦੀਆਂ ਨੇ। ਫਿਰ ਇਹ ਪਦਾਰਥਕ ਰੂਪ ਵਿੱਚ ਜਿਹੜੀ ਪ੍ਰਾਪਤੀ ਹੈ ਉਹਦੇ ਨਾਲ ਨਾਲ ਸਾਡੇ ਰਿਸ਼ਤੇ ਨਾਤੇ ਸੰਬੰਧ ਇਹਨਾਂ ਦੇ 'ਚ ਪ੍ਰਫੁੱਲਤਾ ਚਾਹੀਦੀ ਹੈ। ਜੇ ਆਪਾਂ ਇਸ ਬਾਬਤ ਬਚਨ ਪੜ੍ਹਨਾ ਹੋਏ ਤੇ ਭਗਤ ਧੰਨਾ ਜੀ ਦਾ ਸ਼ਬਦ ਅਸੀਂ ਕਈ ਵਾਰੀ ਆਈਡੀਅਲ ਤੌਰ ਤੇ ਪੜ੍ਹਦੇ ਹਾਂ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਉਹ 'ਚ ਕਿਹੜੀ ਚੀਜ਼ ਛੱਡੀ ਭਗਤ ਜੀ ਨੇ? ਦਾਲ ਸੀਧਾ ਮੰਗੂ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ। ਕਿਆ ਮੇਰੇ ਰਹਿਣ ਸਹਿਣ ਖਾਣ ਪਾਣ ਵਾਸਤੇ ਵਧੀਆ ਕਿਸਮ ਦੀ, ਜਿਹਨੂੰ ਅਸੀਂ ਕਹਿ ਸਕਦੇ ਹਾਂ ਅੱਜ ਦੀ ਲੈਂਗੁਏਜ ਗਰੋਸਰੀ, ਪਦਾਰਥ ਰੋਟੀ ਪਾਣੀ ਸਭ ਚੰਗਾ ਹੋਏ। ਦਾਲ ਸੀਧਾ ਮੰਗੂ ਘਿਓ, ਘਿਓ ਮਤਲਬ ਦਾ ਮੰਗਣ ਦਾ ਮਤਲਬ ਹੀ ਹੈ ਵੀ ਰੁੱਖੇ ਪ੍ਰਸ਼ਾਦੇ ਨਾ ਖਾਣੇ ਪੈਣ ਮੈਨੂੰ, ਮੇਰੇ ਪ੍ਰਸ਼ਾਦੇ ਚੋਪੜੇ ਹੋਣ ਥਿੰਦੇ ਹੋਣ। ਕਿਆ ਦਾਲ ਸੀਧਾ ਮੰਗੂ ਘਿਓ ਹਮਰਾ ਖੁਸ਼ੀ ਕਰੈ ਨਿਤ ਜੀਓ। ਐਸਾ ਨਾ ਹੋਏ ਵੀ ਮੇਰੇ ਖਾਣੇ ਦੇ ਟੇਬਲ 'ਤੇ ਪਲੇਟ ਮੇਰੇ ਸਾਹਮਣੇ ਪਈ ਹੋਏ ਤੇ ਮੈਨੂੰ ਇਹ ਸੋਚ ਕੇ ਖਾਣੀ ਪਏ ਵੀ ਓਕੇ ਪੇਟ ਹੀ ਭਰਨਾ ਆ, ਖਾ ਲੈਂਦੇ ਆ। ਨਾ 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 ਨਾ, ਹਮਰਾ ਖੁਸ਼ੀ ਕਰੈ ਨਿਤ ਜੀਓ, ਮੈਨੂੰ ਖਾ ਕੇ ਖੁਸ਼ੀ ਮਿਲੇ। ਮੇਰੇ ਜੀਵਨ ਦੇ ਵਿੱਚ ਰਹਿਣ ਸਹਿਣ ਖਾਣ ਪਾਣ ਖੁਸ਼ਨੁਮਾ ਅਹਿਸਾਸਾਂ ਦਾ ਹਾਣੀ ਹੋਏ, ਨਾ ਕਿ ਮੈਂ ਕਿਸੇ ਦੁੱਖ ਨੂੰ ਜਿਹੜਾ ਹੈਗਾ ਜੀਵਨ ਵਿੱਚ ਮਾਣਦੇ ਹੋਏ ਜੀਵਨ ਜੀਆਂ ਨਾ। ਕਿਆ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆਂ ਛਾਦਨ ਨੀਕਾ। ਬਸਤਰ ਆਦਿ ਜਿਹੜਾ ਪਹਿਰਣਾ ਮੈਂ ਉਹ ਨੀਕਾ ਚੰਗਾ ਵਾਜਬ ਹੋਏ। ਐਸਾ ਨਾ ਹੋਏ ਲੋਕ ਵੇਖ ਕੇ ਕਹਿਣ ਇਹਨੂੰ ਕੱਪੜੇ ਪਾਉਣੇ ਨਹੀਂ ਆਉਂਦੇ, ਇਹਦੇ ਕੋਲ ਕੱਪੜੇ ਪਾਉਣ ਜੋਗੇ ਨਹੀਂ ਹੈਗੇ। ਨਾ, ਪੰਨੀਆਂ ਛਾਦਨ ਹੰਡਾਉਣ ਨੂੰ ਜਿਹੜੇ ਕੱਪੜੇ ਹੁੰਦੇ ਨੇ ਬਸਤਰ ਉਹਨਾਂ ਦੀ ਬਾਤ। ਨੀਕਾ ਅਨਾਜ ਮੰਗੂ ਸਤ ਸੀਂਕਾ। ਤੇ ਫਿਰ ਰਹਿੰਦ ਖੂੰਦ ਵੀ ਮੇਰੇ ਘਰ ਦੇ ਵਿੱਚ ਖਾਣ ਪਾਣ ਵਾਸਤੇ ਨਾ ਆਵੇ, ਬਲਕਿ ਸਤ ਸੀਂਕਾ ਪੰਜਾਬੀ ਲੈਂਗੁਏਜ ਆ। ਖੇਤ ਨੂੰ ਇੱਕ ਵਾਰ ਉਹਦੀ ਕਲਟੀਵੇਸ਼ਨ ਕਰਨੀ, ਉਹਨੂੰ ਵਾਹੁਣਾ, ਉਸ ਨੂੰ ਕਿਹਾ ਜਾਂਦਾ ਇੱਕ ਸੀਂ ਲਗਾਉਣੀ। ਤੇ ਜਿਸ ਖੇਤ ਨੂੰ 7 ਵਾਰੀ ਵਾਹਿਆ ਜਾਏਗਾ ਤੇ ਡੈਫੀਨੇਟਲੀ ਉਹਦੇ 'ਚ ਅਨਾਜ ਚੰਗਾ ਪੈਦਾ ਹੋਏਗਾ। ਤੇ 7 ਵਾਰੀ ਵਾਹੁਣ ਵਾਸਤੇ ਸੋਰਸਿਸ ਵੀ ਚਾਹੀਦੇ ਨੇ। ਪੁਰਾਣੇ ਸਮੇਂ ਹਲਾਂ ਦੀ ਖੇਤੀ ਹੁੰਦੀ ਸੀ, ਇੱਕ ਵਾਰੀ ਖੇਤ ਵਾਹੁਣਾ ਔਖਾ ਸੀਗਾ। ਜਿਨ੍ਹਾਂ ਦੇ ਘਰ ਦੇ ਵਿੱਚ ਹਲ ਹੋਣਗੇ, ਹਾਲੀ ਹੋਣਗੇ, ਵਾਹੁਣ ਵਾਲੇ ਲੋਕ ਹੋਣਗੇ, ਚਹਿਲ ਪਹਿਲ ਹੋਏਗੀ ਸਰਮਾਏ ਦੀ, ਉਹੀ ਲੋਕ ਕਰ ਪਾਉਣਗੇ। ਸੋ ਭਗਤ ਜੀ ਕਹਿੰਦੇ ਐਸਾ ਜੀਵਨ ਚਾਹੀਦਾ ਹੈ, ਘੱਟ ਤੋਂ ਘੱਟ 7 ਵਾਰੀ ਖੇਤ ਵਾਹਿਆ ਹੋਏ, ਉਹਦਾ ਅਨਾਜ ਮੇਰੇ ਘਰ ਆਵੇ। ਅਨਾਜ ਮੰਗੂ ਸਤ ਸੀਂਕਾ ਗਊ ਭੈਂਸ ਮੰਗੂ ਲਾਵੇਰੀ, ਮੇਰੇ ਕੋਲ ਲਵੇਰਾ ਵੀ ਹੋਏ, ਦੁੱਧ ਵੀ ਹੋਏ। ਇਹ ਤੇ ਅੱਜ ਦੀ ਦੁਨੀਆ ਆ ਜਿਹਦੇ 'ਚ ਇੰਡਸਟਰੀਲਾਈਜੇਸ਼ਨ ਦੇ ਅੰਡਰ ਸਭ ਕੁਛ ਜਿਹੜਾ ਆ ਗਿਆ ਇਹਨਾਂ ਮੁਲਕਾਂ 'ਤੇ, ਫਾਰਮਿੰਗ ਤੇ ਡਾਇਰੀ ਤੇ ਪੋਲਟਰੀ ਤੇ ਹਰ ਚੀਜ਼ ਅਸੀਂ ਦੇਖਦੇ ਹਾਂ ਆ ਚੁੱਕੀ ਹੈ। ਉੱਥੇ ਬਸ ਆਉਣ ਲਈ ਤਿਆਰੀ ਹੋ ਗਈ ਹੈ ਸਾਰੇ ਦੀ ਸਾਰੀ, ਜਿਹਦੇ ਬਾਬਤ ਉਹ ਲੋਕ ਸਟਰਗਲ ਕਰ ਰਹੇ ਨੇ ਇਸ ਸਮੇਂ ਦੇ ਵਿੱਚ। ਪਰ ਇਹ ਹੈ ਕਿ ਸਾਰੇ ਦੇ ਅੰਦਰ ਅਸੀਂ ਦੇਖੀਏ ਤੇ ਜੋ ਅਨਾਜ ਆ, ਦੁੱਧ ਆ, ਇਸ ਨੂੰ ਬਹੁਤ ਨਿਰਮਲ ਨੀਰ ਦੇ ਰੂਪ ਦੇ ਵਿੱਚ, ਨਿਰਮਲ ਅਨਾਜ ਦੇ ਰੂਪ ਦੇ ਵਿੱਚ, ਨਿਰਮਲ ਖੁਰਾਕ ਦੇ ਰੂਪ ਵਿੱਚ ਮੰਨਿਆ ਜਾਂਦਾ ਸੀ। ਤੇ ਭਗਤ ਜੀ ਬਿਆਨ ਕਰਦੇ ਕਿ ਇਹ ਅਕਾਲ ਪੁਰਖ ਵਾਹਿਗੁਰੂ ਮੇਰੇ ਘਰ ਲਵੇਰਾ ਵੀ ਹੋਏ, ਪਸ਼ੂ ਵੀ ਹੋਣ, ਮੇਰੇ ਘਰ ਦੁੱਧ ਵੀ ਹੋਵੇ, ਇਹਦੀ ਬਾਤ ਕੀਤੀ ਗਈ। ਦੂਸਰਾ ਇਹਦੀ ਇੰਟਰਪ੍ਰੀਟੇਸ਼ਨ ਦੇ ਵਿੱਚ ਦਾਨਿਸ਼ਮੰਦਾਂ ਨੇ ਬਾਤ ਕੀਤੀ ਕਿ ਆਪ ਦੇਖੋਗੇ
ਪੁਰਾਣੇ ਸਮੇਂ ਹੋਰ ਤਾਂ ਕੋਈ ਇੰਡਸਟਰੀ ਹੁੰਦੀ ਨਹੀਂ ਸੀਗੀ, ਦੁੱਧ ਹੀ ਸੀ ਘਰਾਂ ਦੇ ਵਿੱਚ। ਸਵੇਰੇ ਪਸ਼ੂ ਨੂੰ ਤੁਸੀਂ ਖੁਰਾਕ ਪਾਓ ਤੇ ਸ਼ਾਮ ਨੂੰ ਉਹਦਾ ਦੁੱਧ ਬਣਾ ਕੇ ਤੁਹਾਨੂੰ ਵਾਪਸ ਦੇ ਦਿੰਦਾ ਸੀਗਾ। ਮਤਲਬ ਇਹ ਰਾਈਟ ਵੇ ਹੀ ਰਿਜ਼ਲਟ ਵਾਲੀ ਗੱਲ ਸੀਗੀ ਵੀ ਜਿਹੜਾ ਮੇਰਾ ਕੰਮ ਕਾਰੋਬਾਰ ਵੀ ਹੋਏ ਐਵੇਂ ਦਾ ਹੀ ਹੋਏ ਜਿਵੇਂ ਲਵੇਰਾ ਹੁੰਦਾ ਆ, ਵੀ ਜੇ ਮੈਨੂੰ ਸਵੇਰੇ ਮਿਹਨਤ ਕੀਤੀ, ਸਵੇਰੇ ਕੋਈ ਖੁਰਾਕ ਪਾਈ ਤੇ ਸ਼ਾਮ ਨੂੰ ਮੇਰੇ ਕੋਲੋਂ ਮੁਯੱਸਰ ਹੋਏ। ਕਿਆ ਗਊ ਭੈਂਸ ਮੰਗੂ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਤੁਰੀ ਕਹਿੰਦੇ ਨੇ ਘੋੜੀ ਨੂੰ, ਤੇ ਚੰਗੇਰੀ ਡੈਫੀਨੇਟਲੀ ਵਧੀਆ, ਪਰ ਜਿਹੜੀ ਤਾਜਨ ਆ, ਜਦੋਂ ਇਹਦੀ ਟਰਾਂਸਲੇਸ਼ਨ 'ਚ ਅਸੀਂ ਜਾਂਦੇ ਆ, ਇਸ ਤਰ੍ਹਾਂ ਜਾਣੋ ਕਿ ਆਪਾਂ ਗੱਡੀਆਂ ਕਾਰਾਂ ਚਲਾਉਂਦੇ ਹਾਂ ਇੱਥੇ ਸਾਰੇ, ਤੇ ਗੱਡੀਆਂ ਕਾਰਾਂ ਚਲਾਉਂਦਿਆਂ ਹੋਇਆਂ ਕਿਸੇ ਦਾ ਵਿਸ਼ਵਾਸ ਹੋਏ ਕਿ ਗੁਰੂ ਦੇਹਿੰਦਾ ਹੈ, ਉਹ ਚਾਹੇ ਤੇ ਸਭ ਨੂੰ ਜੋ ਚਾਹੇ ਦਾਤ ਨਵਾਜ਼ ਦਿੰਦਾ ਹੈ। ਤੇ ਕੋਈ ਗੁਰਦੁਆਰਾ ਸਾਹਿਬ ਨਵਾਂ ਇਮੀਗ੍ਰਾਂਟ ਹੋਏ, ਇੱਥੇ ਆਇਆ ਹੋਏ, ਰੋਜ਼ ਬੱਸ 'ਤੇ ਰਾਈਡ ਲੈਂਦਾ ਹੋਏ, ਬੱਸ 'ਤੇ ਜਿਹੜਾ ਹੈਗਾ ਉਹ ਸਫ਼ਰ ਕਰਦਾ ਹੋਏ, ਤੇ ਮਨ ਵਿੱਚ ਆਵੇ ਬਾਬਾ ਜੀ ਦੇ ਸਾਹਮਣੇ ਅਰਦਾਸ ਕਰਦੇ ਹਾਂ, ਬਾਬਾ ਜੀ ਤੁਸੀਂ ਨਾ ਮੈਨੂੰ ਕਾਰ ਬਖਸ਼ੋ, ਆਈ ਡੋਂਟ ਵਾਂਟ ਟੂ ਐਕਚੁਅਲੀ travel anymore on public transit. I want my own vehicle. So Baba Ji, you are very great. You are actually giver. You can give me if you have actually blessings for me, then definitely I will get it. So ਮੈਨੂੰ ਤੂੰ ਬਖਸ਼ਿਸ਼ ਕਰ ਦੇ। ਤੇ ਜਦੋਂ ਅਰਦਾਸ ਕਰਨ ਲੱਗੇ ਮਨ ਵਿੱਚ ਆਵੇ ਕਿ ਬਾਬਾ ਜੀ ਤੂੰ ਮੰਗ ਹੀ ਰਿਹਾ ਵਾ, ਤੇ ਜ਼ਰੂਰੀ ਤੇ ਨਹੀਂ ਵੀ ਕਰੋਲਾ ਹੀ ਮੰਗਣੀ ਹੈ ਜਾਂ ਹੋਂਡਾ ਸਿਵਿਕ ਹੀ ਚਾਹੀਦੀ ਹੈ। ਬਾਬਾ ਜੀ ਤੁਸੀਂ ਬਖਸ਼ਿਸ਼ ਕਰੋ ਤੇ ਮਰਸਡੀਜ਼ ਬੈਂਜ਼ ਵੀ ਤੇ ਮਿਲ ਹੀ ਸਕਦੀ ਹੈ। ਐਗਜ਼ੈਕਟਲੀ ਬਾਬਾ ਧੰਨਾ ਜੀ ਇਸੇ ਰੂਪ ਵਿੱਚ ਬਾਤ ਕਰਦੇ ਵੀ ਮੈਂ ਤੇਰੇ ਤੋਂ ਘੋੜੀ ਮੰਗ ਰਿਹਾ, ਪਰ ਆਮ ਘੋੜੀ ਨਾ ਹੋਏ, ਦੇਸੀ ਘੋੜੀ ਨਾ ਜਿੱਥੇ ਮੈਂ ਬੈਠਾ ਵੀ ਚੰਗਾ ਨਾ ਲੱਗਾ, ਨਾ 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 ਨਾ, ਤਾਜਨ ਤੁਰੀ ਅਰਬੀ ਨਸਲ ਦੀ ਘੋੜੀ, ਮਹਿੰਗੀ ਘੋੜੀ। ਮਤਲਬ ਜੀਵਨ ਇਸ ਕਿਸਮ ਦਾ ਮੈਂ ਤੇਰੇ ਤੋਂ ਮੰਗ ਰਿਹਾ, ਮੈਂ ਐਸਾ ਜੀਵਨ ਜੀਆਂ, ਮਨੁੱਖ ਬਣ ਕੇ ਆਇਆ ਧਰਤੀ ਤੇ, ਮਨੁੱਖ ਨੂੰ ਹੰਢਾ ਸਕਾਂ ਉਸ ਰੂਪ ਦੇ। ਤਾਜਨ ਤੁਰੀ ਚੰਗੇਰੀ, ਤੇ ਫਿਰ ਕਿਆ ਕਰ ਕੀ ਗਹਿਨ ਚੰਗੀ, ਜੀਵਨ ਸਾਥੀ ਵੀ ਚੰਗਾ ਹੋਏ ਮੇਰਾ। ਇਹ ਰਿਸ਼ਤੇ ਨਾਤੇ ਵੀ ਮੰਗੇ ਜਾ ਰਹੇ ਨੇ ਇਹਦੇ 'ਚ ਸੰਬੰਧਕਾਰੀ ਵੀ ਮੰਗੀ ਜਾ ਰਹੀ ਹੈ। ਇਹ ਸਭ ਕਾਸੇ ਨੂੰ ਕਿਹਾ ਜਾ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਇਹ ਬਖਸ਼ ਦੇ ਮੈਨੂੰ। ਤੇ ਉਹ ਅਕਾਲ ਪੁਰਖ ਵਾਹਿਗੁਰੂ ਜਿਹਦੇ ਬਾਰੇ ਬਾਣੀ ਕਹਿੰਦੀ ਉਹ ਸਭ ਕਾਸੇ ਦਾ ਦਾਤਾ, ਦੇਹਿੰਦਾ, ਦੇਣ ਵਾਲਾ। ਤੇ ਇੱਥੋਂ ਤੱਕ ਕਿ ਤੁਸੀਂ ਵਾਕ ਪੜ੍ਹੋ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵੇ ਅਗਣਤ ਭਰੇ ਭੰਡਾਰ। ਕੋਈ ਗਿਣਤੀ ਥੋੜਾ ਆ, ਜੇ ਉਹ ਦੇਣ ਤੇ ਆਵੇ ਤੇ ਕਿਹੜੀ ਕੀ ਕਮੀ ਆ ਉਹਦੇ ਘਰ ਦੇ 'ਚ, ਕੀ ਖਾਮੀ ਆ ਉਸ ਰੂਪ ਦੇ ਵਿੱਚ। ਤੇ ਬਾਬਾ ਜੀ ਕਹਿੰਦੇ ਉਹਦਾ ਸੁਭਾਅ ਵੀ ਹੈ, ਉਸ ਨੂੰ ਲੋਕ ਮਤਲਬ ਸਿਫਾਰਿਸ਼ਾਂ ਕਰਦੇ, ਆਖੈ ਮੰਗੈ ਦੇਹ ਦੇਹ, ਕਹਿੰਦੇ ਸਪੈਸੀਫਿਕਲੀ ਵੀ ਦਾਤਾ ਮੈਨੂੰ ਆਹ ਦੇ, ਮੈਨੂੰ ਆਹ ਦੇ, ਪਰ ਐਸਾ ਬੇਅੰਤ ਆ ਉਹ ਅੱਕਦਾ ਥੱਕਦਾ ਥੋੜਾ ਆ। ਆਖੈ ਮੰਗੈ ਦੇਹ ਦੇਹ, ਦਾਤ ਕਰੇ ਦਾਤਾਰ। ਉਹ ਫਿਰ ਵੀ ਦਾਤਾ ਵੰਡੀ ਜਾ ਰਿਹਾ, ਦਈ ਜਾ ਰਿਹਾ, ਨਵਾਜੀ ਜਾ ਰਿਹਾ ਹੈਗਾ। ਸੋ ਉਹਦੇ ਕੋਲ ਸਰਬ ਨਿਧਾਨ ਆ। ਇਸ ਨੂੰ ਅੱਜ ਦਾ ਰੈਸ਼ਨਲਿਸਟ ਮਾਈਂਡਡ ਬੰਦਾ ਇਹ ਕਹੇਗਾ ਕਿ ਪਹਿਲੀ ਗੱਲ ਤੇ ਰੱਬ ਹੈ ਨਹੀਂ, ਦਿਸਦਾ ਨਹੀਂ ਕਿਤੇ। ਦੂਜੇ ਨੰਬਰ ਤੇ ਤੁਹਾਨੂੰ ਕਿਵੇਂ ਪਤਾ ਹੈ ਕਿ ਉਹ ਵਾਕਿਆ 'ਚ ਹੀ ਸਾਨੂੰ ਦੇ ਦੇਗਾ ਉਸ ਰੂਪ ਦੇ ਵਿੱਚ। ਆਪਾਂ ਇਸ ਚੀਜ਼ ਨੂੰ ਅੱਜ ਦੇ ਮਾਡਰਨ ਪਰਸਪੈਕਟਿਵ ਵਿੱਚ ਸਮਝੀਏ ਤੇ ਅੱਜ ਬਾਤ ਕੀਤੀ ਜਾ ਰਹੀ ਹੈ ਕਿ ਮਨੁੱਖੀ ਮਨ ਹੀ ਸ਼ਕਤੀ ਦਾ ਸੋਮਾ ਹੈ ਸਭ ਤੋਂ ਵੱਡਾ। ਤੇ ਬਾਣੀ ਕਹਿ ਵਰੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਹੀ ਸ਼ਕਤੀ ਹੈ। ਹੁਣ ਉਸ ਰੂਪ ਵਿੱਚ ਕਿਹਾ ਗਿਆ ਕਿ ਜਿਸ ਚੀਜ਼ ਨੂੰ ਮਨ ਬਹੁਤ ਗਹਿਰੇ ਤਲ ਤੇ ਪ੍ਰਾਪਤ ਕਰਨ ਲਈ ਆ ਜਾਏ, ਉਹਦੇ ਅੰਦਰ ਸਮ੍ਰਿਤੀ ਹੋ ਜਾਏ, ਉਹਦੇ ਅੰਦਰ ਉਹਦੇ ਪ੍ਰਤੀ ਬਿਲਕੁਲ ਨਿਸ਼ਚਾ ਹੋ ਜਾਏ, ਤੇ ਉਹ ਚੀਜ਼ ਉਸ ਤੋਂ ਦੂਰ ਨਹੀਂ ਹੈ। ਲਾਅ ਆਫ ਅਟਰੈਕਸ਼ਨ ਇੱਥੇ ਖੜਾ ਹੈ ਸਾਰਾ, ਜਿਹਨੂੰ ਕਿਹਾ ਗਿਆ ਕਿ ਜਦੋਂ ਤੁਸੀਂ ਇਸ ਲੈਵਲ ਤੇ ਆਪਣੇ ਅੰਦਰ ਇੱਕ ਧਾਰਨ ਕੀਤੀ ਚੀਜ਼, ਤੈਨੂੰ ਸਾਹਿਬ ਨੇ ਕਿਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਹੈ। ਤੂੰ ਅਹਿਸਾਸ ਤੇ ਕਰ ਪੂਰੀ ਕਾਇਨਾਤ, ਤੇ ਇਹ ਕੁਦਰਤ ਦਾ ਨਿਯਮ ਵੀ ਹੈ। ਇਹਨੂੰ ਹੋਰ ਸਰਲ ਕਰਕੇ ਬਿਆਨ ਕਰਦਾ। ਆਪ ਦੇਖੋਗੇ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਗਲੋਬਲ ਵਾਰਮਿੰਗ ਦਾ ਬੜਾ ਜ਼ਿਕਰ ਸੁਣਦੇ ਹਾਂ, ਜੋ ਕਿ ਹੁਣ ਤੇ ਪਤਾ ਲੱਗ ਗਿਆ ਵੀ ਰਿਐਲਿਟੀ 'ਚ ਸਰਫੇਸ ਤੇ ਹੈ ਸਭ ਕੁਛ। ਇੱਥੇ ਅਕਸਰ ਜਦੋਂ ਕਿਤੇ ਕੋਈ ਹੈਰੀਕੇਨ ਆਉਂਦਾ ਆ ਜਾਂ ਖਾਸ ਕਰਕੇ ਟਰਨੈਡੋ ਜਦੋਂ ਟੱਚ ਕਰਦੇ ਨੇ, ਅਸੀਂ ਆਪ ਹੁਣ ਉਸ ਰੈੱਡ ਜ਼ੋਨ 'ਚ ਆ ਰਹੇ ਹਾਂ ਸਾਰਾ ਜਿਹੜਾ ਲਗਾਤਾਰ ਗਲੋਬਲ ਵਾਰਮਿੰਗ ਕਰਕੇ। ਐਕਚੁਅਲੀ ਹੁੰਦਾ ਕੀ ਹੈ, ਮੈਂ ਤਾਂ ਇਤਨਾ ਐਕਸਪਰਟ ਨਹੀਂ ਹੈਗਾ, ਦਾਨਿਸ਼ਮੰਦ ਲੋਕ ਕੋ ਮੋਸਟਲੀ ਐਜੂਕੇਟਿਡ ਆਪ ਕਮਿਊਨਿਟੀ ਦੇ ਨਾਲ ਬਿਲੋਂਗ ਕਰਦੇ ਹੋ। ਜੇ ਤੁਸੀਂ ਕਿਸੇ ਮੈਟਰੋਲੋਜਿਸਟ ਨੂੰ ਪੁੱਛੋਗੇ ਜਾਂ ਖੁਦ ਜਾ ਕੇ ਗੂਗਲ ਕਰੋਗੇ ਤੇ ਉਹਦੇ 'ਚ ਪਤਾ ਇਹ ਲੱਗਦਾ ਹੈ ਕਿ ਕਿਉਂਕਿ ਲਗਾਤਾਰ ਜਿਹੜੀ ਮਤਲਬ ਵਾਰਮਿੰਗ ਹੋਣ ਦੇ ਨਾਲ, ਗਰਮੀ ਵਧਣ ਦੇ ਨਾਲ
ਜਿਹੜੀਆਂ 에ਅਰ ਪੌਕਟਸ ਹੁੰਦੀਆਂ ਨੇ, ਜਦੋਂ ਇੱਕਦਮ ਕੋਈ ਅਸਮਾਨ ਦੇ ਜਿਹੜੀਆਂ ਸਾਡੀਆਂ এনवायरमेंट ਦੇ ਵਿੱਚ 에ਅਰ ਪੌਕਟਸ ਨੇ, ਇੱਕ ਪੌਕਟ ਬਹੁਤ ਜ਼ਿਆਦਾ ਲੇਅਰ ਗਰਮ ਹੋ ਜਾਂਦੀ, ਤੇ ਜਦੋਂ ਗਰਮ ਹੋ ਜਾਂਦੀ ਕਿਸੇ ਲੇਅਰ ਦੇ ਹਵਾ ਦੀ ਲੇਅਰ ਜਿਹੜੀ ਹੈ, ਜਿਵੇਂ ਆਪਾਂ 에ਅਰ ਟਰੈਵਲ ਕਰਦੇ ਹਾਂ ਤੇ ਇੱਕਦਮ ਕਿਤੇ ਕਿਤੇ ਜਾ ਕੇ ਉਹ ਕਹਿੰਦੇ ਨੇ ਕਿ ਜਿਹੜਾ ਆ ਪਲੇਨ ਡਿਪ ਕਰ ਗਿਆ। ਹੁਣ ਡਿਪ ਕੀ ਕਰ ਗਿਆ ਕਿ ਜਿਹੜੀ 에ਅਰ ਪੌਕਟ ਸੀ ਖਾਲੀ ਆ ਗਈ। ਜਦੋਂ 에ਅਰ ਪੌਕਟ ਖਾਲੀ ਆ ਗਈ ਤੇ ਪਲੇਨ ਇੱਕਦਮ ਜਿਹੜਾ ਹੈ ਉਹ ਥੱਲੇ ਆ ਗਿਆ। ਸੋ ਐਗਜ਼ੈਕਟਲੀ ਇਹਨੂੰ ਹੁੰਦਾ ਕੀ ਹੈ ਕਿ ਜਿਹੜੀ 에ਅਰ ਪੌਕਟ ਆ, ਜੇ ਇੱਕਦਮ ਬਹੁਤ ਗਰਮ ਹੋ ਜੇ ਹਵਾ ਤੇ ਉਹ ਖਾਲੀ ਹੋ ਜਾਂਦੀ ਹੈ। ਜਿਵੇਂ ਹੀ ਉਹ ਖਾਲੀ ਹੁੰਦੀ ਹੈ ਤੇ ਆਪ ਅਹਿਸਾਸ ਕਰੋ ਕੁਦਰਤ ਦਾ ਨਿਯਮ ਕੀ ਹੈ, ਜਿੰਨੀ ਵੀ ਦੂਸਰੀ ਹਵਾ ਆ ਸਾਰੀ, ਉਹ ਸਾਰੀ ਉਸ ਖਾਲੀ ਪੌਕਟ ਨੂੰ ਭਰਨ ਵਾਸਤੇ ਦੌੜਦੀ ਹੈ ਵੀ ਇਹਦੇ ਖਲਾ ਨੂੰ ਭਰ ਦੇਣਾ ਅਸੀਂ, ਇਹਨੂੰ ਖਾਲੀ ਨਹੀਂ ਰਹਿਣ ਦੇਣਾ। ਉਹ ਜਦੋਂ ਹਵਾ ਇੱਕਦਮ ਉੱਠਦੀ ਹੈ ਉਸ ਰੂਪ ਦੇ ਵਿੱਚ, ਜਿਵੇਂ ਪਾਣੀ ਦਾ ਵਰਲਫੂਲ ਨਹੀਂ ਬਣਦਾ ਇਸ ਰੂਪ ਦੇ ਵਿੱਚ, ਇੱਕ ਤਰ੍ਹਾਂ ਦੇ ਨਾਲ ਉਦੋਂ ਫਿਰ ਹਵਾ ਇਸ ਰੂਪ ਦੇ ਵਿੱਚ ਇੱਕਦਮ ਜਿਹੜੀ ਆ ਫਾਸਟ ਲੈਵਲ 'ਤੇ ਘੁੰਮਣ ਲੱਗਦੀ ਹੈ। ਜਦੋਂ ਘੁੰਮਦੀ ਹੈ ਤਾਂ ਨਾਲ ਦੀ ਨਾਲ ਸਪੀਡ ਫੜਨੀ ਸ਼ੁਰੂ ਕਰ ਦਿੰਦੀ। ਉਹ ਇਸ ਰੂਪ ਦੇ ਵਿੱਚ ਉਹ ਸਾਰਾ ਜਿਹੜਾ ਟਰਨੈਡੋ ਦੇ ਰੂਪ ਦੇ ਵਿੱਚ ਕਨਵਰਟ ਹੁੰਦਾ ਲੱਗਾ ਜਾਂਦਾ ਹੈ। ਇਹ ਮਦਰ ਨੇਚਰ ਦਾ ਲਾ ਆ। ਜਿਵੇਂ ਹੀ ਤੁਹਾਡੇ ਜੀਵਨ ਦੇ ਵਿੱਚ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਇੱਛਾ, ਖਾਹਿਸ਼ ਜਿਹਨੂੰ ਅਸੀਂ ਕਹਿੰਦੇ ਹਾਂ ਡਿਜ਼ਾਇਰ, ਨੰਬਰ 1, ਨੰਬਰ 2 ਉਹਦੇ ਪ੍ਰਤੀ ਐਫਰਟ, ਯਤਨ, ਪ੍ਰਯਾਸ ਉਹ, ਤੇ ਨੰਬਰ 3 ਉਹਦੇ ਪ੍ਰਤੀ ਇੱਕ ਬਹੁਤ ਗਹਿਰੇ ਤਲ ਤੇ ਅਰਦਾਸ, ਜਿਹਨੂੰ ਕਿਹਾ ਗਿਆ ਪਹਿਲਾਂ ਸਾਡੀ ਖਾਹਿਸ਼ ਹੈ, ਫਿਰ ਸਾਡਾ ਪ੍ਰਯਾਸ ਆ, ਫਿਰ ਸਾਡੀ ਅਰਦਾਸ ਆ। ਜਦੋਂ ਸੀਕਵੈਂਸ 'ਚ ਹੋ ਜਾਂਦੀਆਂ ਫਿਰ ਕੁਦਰਤ ਸਾਨੂੰ ਪ੍ਰਸਾਦ ਦੇਣ ਵਾਸਤੇ ਆ ਜਾਂਦੀ, ਕਹਿੰਦੀ ਲੈ ਫੜ ਆਇਆ। ਇਹੀ ਹੈ ਜਿਹਨੂੰ ਸਾਹਿਬ ਨੇ ਇਸ ਤਰ੍ਹਾਂ ਬਾਣੀ 'ਚ ਕਿਹਾ ਕਿ ਸਾਹਿਬ ਤੁਠੈ ਜੋ ਮਿਲੈ ਨਾਨਕ ਸਾ ਕਰਾਮਾਤ। ਲੋਕੀ ਕਹਿੰਦੇ ਵੀ ਕਰਾਮਾਤ ਹੁੰਦੀ ਹੈ, ਕੈਨ ਵੀ ਐਕਸਪੀਰੀਅੰਸ ਮਿਰਾਕਲਸ ਔਰ ਮਿਰਾਕਲਸ ਥਿੰਗਸ। ਬਾਬਾ ਜੀ ਕਹਿੰਦੇ ਇਟਸ ਪੋਸੀਬਲ। ਆਹੀ ਰੂਪ ਆ ਉਹਦਾ। ਇਸ ਰੂਪ ਵਿੱਚ ਜਦੋਂ ਅਸੀਂ ਤੁਰਦੇ ਤੇ ਇਹਦੇ ਲਈ ਕਰਤਾਰ ਦੀ ਅਹਿਸਾਸੀਅਤ ਸਾਡੀ ਸੁਰਤ 'ਚ ਆ ਜਾਏ, ਉਹਦੇ ਇਸ ਹੁਕਮ ਦੀ ਅਹਿਸਾਸੀਅਤ। ਕਿਉਂਕਿ ਬਾਣੀ ਕਹਿੰਦੀ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ। ਹੋਰ ਤੇ ਕੋਈ ਤਰੀਕਾ ਨਹੀਂ ਐਕਸਪਲੇਨ ਕਰਨ ਦਾ, ਇਹ ਉਹਦਾ ਹੁਕਮ ਹੈ। ਵਿਧੀ ਦਾ ਵਿਧਾਨ ਇਹ ਹੈ। ਆਪਾਂ ਇੱਕ ਐਗਜ਼ਾਮਪਲ ਕੀਤੀ, ਹੋਰ ਲੈ ਲਈਏ, ਆਪਾਂ ਆਪਣੀ ਦੁਨੀਆ 'ਚੋਂ ਲੈ ਲਈਏ। ਆਪ ਪਾਣੀ ਦਾ ਇੱਕ ਵੱਡਾ ਟੱਬ ਦੇਖੋ, ਸੋਮਾ ਦੇਖੋ, ਤੇ ਉਹਦੇ ਵਿੱਚੋਂ ਇੱਕ ਮੱਗ ਪਾਣੀ ਦਾ ਬਾਹਰ ਕੱਢੋ, ਪਤਾ ਕੀ ਹੋਏਗਾ? ਸਾਰੇ ਟੱਬ ਦਾ ਪਾਣੀ ਹਰਕਤ 'ਚ ਆ ਜਾਏਗਾ ਰਾਈਟ ਵੇ ਉਸ ਖਾਲੀ ਜਗ੍ਹਾ ਨੂੰ ਭਰਨ ਵਾਸਤੇ। ਇਹ ਨਿਜ਼ਾਮ ਹੈ ਕੁਦਰਤ। ਜਿੱਥੇ ਜਗ੍ਹਾ ਹੋਏਗੀ ਉੱਥੇ ਹਰ ਚੀਜ਼ ਉਹਨੂੰ ਭਰਨ ਵਾਸਤੇ, ਸਪੋਰਟ ਕਰਨ ਵਾਸਤੇ ਆਵੇਗੀ ਉਸੇ ਰੂਪ ਦੇ ਵਿੱਚ। ਜਿਵੇਂ ਤੁਸੀਂ ਆਪਣੇ ਜੀਵਨ ਵਿੱਚ ਕਿਸੇ ਚੀਜ਼ ਦੇ ਪ੍ਰਤੀ ਜਗ੍ਹਾ ਬਣਾਓਗੇ, ਕੁਦਰਤ ਨਵਾਜੇਗੀ ਇਸ ਨੂੰ। ਸਾਹਿਬ ਮਹਾਰਾਜ ਨੇ ਬਿਆਨ ਕੀਤਾ ਉਸ ਸਰਬ ਦੇਹਿੰਦ ਦੀ, ਤੂੰ ਆਪਣੇ ਜੀਵਨ ਵਿੱਚ ਕਿਸੇ ਚੀਜ਼ ਦੀ ਵੀ ਜਗ੍ਹਾ ਬਣਾਏਗਾ, ਉਹਦੇ ਹੁਕਮ ਦੇ ਵਿੱਚ ਰਹਿ ਕੇ ਉਹ ਤੈਨੂੰ ਨਵਾਜੇਗਾ, ਕਿਉਂਕਿ ਸਰਬ ਨਿਧਾਨ ਹੈ, ਸਭ ਖਜ਼ਾਨੇ ਦਾ ਮਾਲਕ ਉਹ ਹੈ। ਇੱਥੇ ਬਚਨ ਆ ਰਿਹਾ ਹੈ, ਮਹਾਰਾਜ ਕਹਿੰਦੇ ਸਰਬ ਨਿਧਾਨ ਪੂਰਨ ਗੁਰਦੇਵ। ਤੇ ਪੂਰਨ ਗੁਰਦੇਵ ਸੰਪੂਰਨ ਰੂਪ ਦੇ ਵਿੱਚ ਇੱਕ ਗੁਰੂ ਕਹਿੰਦੇ ਨੇ ਮਾਸਟਰ ਨੂੰ, ਦੇਵ ਕਹਿੰਦੇ ਨੇ ਡਿਵਾਈਨ ਨੂੰ। ਇੱਕ ਡਿਵਾਈਨ ਮਾਸਟਰ ਹੈ ਸਾਡਾ, ਇੱਕ ਦੈਵੀ ਗੁਣਾਂ ਦਾ ਸੋਰਸ ਆ ਉਹ। ਇਹਨੂੰ ਇਸ ਲੈਵਲ ਤੇ ਵੀ ਲੈ ਲਈਏ, ਜਿਵੇਂ ਹਰ ਚੀਜ਼ ਨਾ ਤੇ ਗੱਲਾਂ ਬਾਤਾਂ ਨਾਲ ਪੂਰੀ ਹੋ ਸਕਦੀ ਹੈ, ਅਤੇ ਨਾ ਹੀ ਆਲੇ ਦੁਆਲੇ ਤੋਂ ਮਨੁੱਖੀ ਦੁਨੀਆ ਦੇ ਅਸੀਂ ਆਪੋ ਆਪਣੇ ਟੋਟਕੇ ਵਰਤ ਕੇ, ਜਿਵੇਂ ਸਪੋਜ਼ ਕਰੋ ਕਿ ਕੋਈ ਬੰਦਾ ਬੜਾ ਐਂਕਸ਼ੀਅਸ ਫੀਲ ਕਰ ਰਿਹਾ ਹੈ, ਤੇ ਤੁਸੀਂ ਉਸ ਨੂੰ ਕੋਈ ਪਾਣੀ ਪਿਆਓ, ਕੋਈ ਜੂਸ ਪਿਆਓ ਕਿਸੇ ਰੂਪ ਦੇ ਵਿੱਚ, ਕਈ ਵਾਰੀ ਕੁਝ ਮੈਡੀਸਿਨ ਵੀ ਲਿਆ ਉਹਦੇ ਵਾਸਤੇ, ਜ਼ਰੂਰੀ ਨਹੀਂ ਉਹ ਚੀਜ਼ ਵਰਕ ਕਰੇਗੀ। ਹਾਂ, ਕਈ ਵਾਰੀ ਉਸ ਤੋਂ ਵੱਡੀ ਚੀਜ਼ ਵਰਕ ਕਰ ਜਾਂਦੀ ਹੈ। ਉਹ ਕਿਹੜੀ ਚੀਜ਼ ਆ? ਜੇ ਉਹਨੂੰ ਇਹ ਵਿਸ਼ਵਾਸ ਦਵਾਇਆ ਜਾਏ, ਉਹ ਬੰਦਿਆ ਕਿਉਂ ਘਬਰਾਉਣਾ ਆ? ਅਸੀਂ ਸ਼ਬਦ ਪੜ੍ਹਦੇ ਹਾਂ, ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ। ਅੱਛਾ, ਤੇਰੇ ਰੱਬ ਨੇ ਜ਼ਿੰਦਗੀ ਇਸ ਕਰਕੇ ਦਿੱਤੀ ਕਿ ਤੂੰ ਡਰਦਾ ਰਹੇ, ਤੂੰ ਘਬਰਾਉਂਦਾ ਰਹੇ? ਨਾ, ਤੈਨੂੰ ਰੱਬ ਨੇ ਜ਼ਿੰਦਗੀ ਦਿੱਤੀ ਜਿਉਣ ਵਾਸਤੇ। ਗੱਲ ਹੀ ਹੈ, ਪਰ ਇਸ ਗੱਲ ਦੇ 'ਚ ਇੱਕ ਡਿਵਾਈਨ ਦੀ ਗੱਲ ਹੋ ਰਹੀ ਹੈ, ਇੱਕ ਵੱਡੇ ਅਹਿਸਾਸ ਦੀ ਗੱਲ ਹੋ ਰਹੀ ਹੈ। ਅਕਸਰ ਐਗਜ਼ਾਮਪਲ ਜੀਵਨ ਵਿੱਚੋਂ ਮਿਲ ਜਾਂਦੀਆਂ। ਇੱਕ ਐਗਜ਼ਾਮਪਲ ਡਾਕਟਰ ਹਰਸ਼ਮਿੰਦਰ ਕੌਰ, ਜਿਹੜੇ ਕਾਫੀ ਐਕਟਿਵਿਸਟ ਨੇ, ਖਾਸ ਕਰਕੇ ਵਿਮਨ ਰਾਈਟਸ ਵਾਸਤੇ, ਬੱਚੀਆਂ ਦੇ ਭਰੂਣ ਹੱਤਿਆ ਦੇ ਵਗੈਰਾ ਬਾਰੇ ਬੜਾ ਕੰਮ ਕੀਤਾ, ਉਹਨਾਂ ਨੇ ਕਿਤਾਬਾਂ ਵੀ ਲਿਖੀਆਂ। ਉਹਨੇ ਇੱਕ ਐਗਜ਼ਾਮਪਲ ਉਹਦੇ 'ਚ ਦਿੱਤੀ, ਅਤੇ ਐਕਚੁਅਲੀ ਇਸ ਤੋਂ ਪਹਿਲਾਂ ਆਈ ਹੈਵ ਹਰਡ ਸਮਵੇਅਰ ਇਨ ਐਕਚੁਅਲੀ ਨਿਊਜ਼ ਮੀਡੀਆ ਔਰ ਸਮਵੇਅਰ,
उन्होंने उसनों प्रॉपर पोर्ट्रेट किया ਉਹਦੇ ਵਿੱਚ। ਤੇ ਉਹ ਕਹਿੰਦੇ ਹੋਇਆ ਇਹ ਕਿ ਰਾਜਸਥਾਨ ਦੇ ਵਿੱਚ ਇੱਕ ਪਰਿਵਾਰ, ਤੇ ਉਸ ਪਰਿਵਾਰ ਦੇ ਵਿੱਚ ਜਿਹੜੀ ਲੇਡੀ ਹੈ ਉਹਦੇ ਕੋਲ ਅੱਗੇ ਮੇਰੇ ਖਿਆਲ ਦੇ 4 ਬੱਚੀਆਂ ਨੇ, ਤੇ ਉਹਦੇ ਕੋਲ 5ਵਾਂ ਬੱਚਾ ਹੋਣ ਵਾਲਾ ਹੈ। ਤੇ ਉਹਨੂੰ ਕਿਹਾ ਗਿਆ ਕਿ ਜੇ ਬੱਚੀ ਹੋ ਗਈ ਨਾ, then you have to kill that baby, otherwise you cannot live in this house anymore। ਹੁਣ 4 ਬੱਚੀਆਂ ਲੈ ਕੇ ਉਹ ਮਾਂ ਇਕੱਲੀ ਕਿੱਥੇ ਜਾਏਗੀ? ਉਹ ਬੜਾ ਤਰਲਾ ਲੈਂਦੀ ਵੀ ਕਿਸੇ ਰੂਪ ਦੇ ਵਿੱਚ। ਅਖੀਰ ਬੱਚੀ ਹੋ ਗਈ। ਬੱਚੀ ਹੋ ਗਈ ਤੇ ਹੁਣ ਉਹਦੇ ਕੋਲ ਚਾਰਾ ਕੋਈ ਨਹੀਂ ਗਾ। ਹੁਕਮ ਆ ਸੱਸ ਦਾ, ਹਸਬੈਂਡ ਦਾ, ਕੀਤਾ ਕੀ ਜਾਏ। ਠੰਡ ਬਹੁਤ ਆ, ਬੜੀ ਹਾਰਸ਼ ਵਿੰਟਰ, ਤੇ ਖਾਸ ਕਰਕੇ ਜਿੱਥੇ ਰੇਤਲਾ ਇਲਾਕਾ ਹੈਗਾ ਸੈਂਡ ਏਰੀਆਜ਼ ਦੇ ਵਿੱਚ, ਉੱਥੇ ਤੇ ਹੋਰ ਵੀ ਜ਼ਿਆਦਾ ਹੋਏਗੀ। ਮਾਂ ਆ ਕਿਵੇਂ ਮਾਰਦੇ ਉਹਨੂੰ, ਹੈ ਨਾ? ਕੀ ਕੀਤਾ ਜਾਏ ਫਿਰ? ਡਾਢਾ ਦਿਲ ਕਰਕੇ ਉਸ ਨੂੰ ਬਿਲਕੁਲ ਜਿਹੜਾ ਦੇ ਕਲੋਥਿੰਗ ਤੋਂ ਬਾਹਰ ਕਰਕੇ ਉਹਨੂੰ ਤੇ ਉਹ ਬਾਹਰ ਠੰਡੇ ਰੇਤੇ ਦੇ ਉੱਤੇ ਰੱਖਤਾ। ਸੋਚਿਆ ਥੋੜ੍ਹੀ ਦੇਰ 'ਚ ਆਕੜ ਕੇ ਮਰ ਜਾਏਗੀ। ਹਰ ਕਿਸੇ ਤਰੀਕੇ ਨਾਲ ਸਾਰੀ ਰਾਤ ਮਾਂ ਨੇ ਕੱਢ ਲਈ ਵੀ ਕੋਈ ਨਾ, ਵੀ ਦਿਨ ਚੜ੍ਹਨ ਵਾਲਾ ਹੈ। ਸੋਚਿਆ ਹੁਣ ਤੇ ਪ੍ਰਾਣ ਪਖੇਰੂ ਉੱਡ ਗਏ ਹੋਣਗੇ, ਮੈਂ ਉਸ ਨੂੰ ਹੁਣ ਚੁੱਕ ਲਿਆਉਂਦੀ ਹਾਂ ਤੇ ਕਹਿੰਦੀ ਹਾਂ ਵੀ ਮਰ ਗਈ ਰਾਤੀ ਕਿਤੇ। ਜਦੋਂ ਉਹਨੂੰ ਚੱਕਣ ਵਾਸਤੇ ਗਈ, ਸ਼ੀ ਵਾਜ਼ ਸਟਿਲ ਅਲਾਈਵ। ਉਹਦਾ ਸਾਰਾ ਪਿੰਡਾ ਲਾਲ ਹੋਇਆ, ਠੰਡ ਨਾਲ ਕੰਬ ਰਹੀ ਹੈ, ਪਰ ਉਹ ਬਿਲਕੁਲ ਅਜੇ ਵੀ ਜਿਉਂਦੀ ਐ, ਲੱਤਾਂ ਪੈਰ ਮਾਰ ਰਹੀ ਹੈ। ਮਾਂ ਦਾ ਹਿਰਦਾ ਸੀਗਾ, ਚੱਕ ਲਿਆ, ਚੱਕ ਕੇ ਸੀਨੇ ਨਾਲ ਲਾਇਆ, ਅੰਦਰ ਲੈ ਆਈ। ਖਿਆਲ ਆਇਆ ਡਿਵਾਈਨ ਕੀ ਹੁੰਦਾ ਆ, ਦੈਵ ਕੀ ਹੁੰਦਾ ਹੈ। ਦੇਖੋ ਤੁਸੀਂ, ਖਿਆਲ ਆਇਆ ਕਿਹੋ ਜਿਹੀ ਔਰਤ ਆ ਤੂੰ, ਕਿਹੋ ਜਿਹੀ ਹਿਊਮਨ ਬੀਇੰਗ ਆ ਤੂੰ। ਇਹ ਛੋਟੀ ਜਿਹੀ ਬੱਚੀ ਇੰਨੀ ਹਾਰਸ਼ ਵਿੰਟਰ ਦੇ ਵਿੱਚ ਨੰਗੇ ਪਿੰਡੇ ਸਾਰੀ ਰਾਤ ਬਾਹਰ ਬਚ ਗਈ ਹੈ, ਤੇ ਤੂੰ ਘਬਰਾਈ ਜਾਨੀ, ਤੈਨੂੰ ਕੀ ਹੋ ਜਾਏਗਾ? ਫੈਸਲਾ ਕਰ ਲਿਆ ਇਸ ਘਰ ਰਹਿਣਾ ਹੀ ਨਹੀਂ ਗਾ। ਹੁਣ ਇਹਨਾਂ ਬੱਚਿਆਂ ਦੀ ਕਿਸਮਤ ਮੈਂ ਲਿਖਾਂਗੀ। ਡਿਵਾਈਨ ਇਹ ਹੁੰਦਾ ਐਕਚੁਅਲੀ, ਜਿਹੜਾ ਦੇਵ ਹੈ ਨਾ, ਇਹ ਕਿਤੇ ਹੋਰ ਨਹੀਂ, ਖਿਆਲ 'ਚ, ਸੁਰਤ 'ਚ ਹੀ ਹੈ ਤੁਹਾਡੀ। ਜਦੋਂ ਤੁਸੀਂ ਇੱਕ ਵਾਰੀ ਉਸ ਲੈਵਲ ਤੇ ਆ ਗਏ ਨਾ, ਤੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਕਰਤਾਰੀ ਕੁਦਰਤ ਇੱਥੇ ਹੀ ਰਵਦੀ ਆ ਕੇ। ਅੱਜ ਮੈਂ ਉਹਦੀ ਕਹਾਣੀ ਤੁਹਾਨੂੰ ਸੁਣਾ ਰਿਹਾ ਇੱਥੇ। ਅਦਰਵਾਈਜ਼ ਬਾਣੀ ਦਾ ਬਚਨ ਹੈ ਕਿ ਆਵਨ ਆਇਓ ਸ੍ਰਿਸ਼ਟ ਮੈਂ ਬਿਨ ਬੂਝੈ ਪਸ਼ੂ ਟੋਰ। ਐਸਾ ਬੰਦਾ ਪੈਦਾ, ਐਸਾ ਪਸ਼ੂ ਪੈਦਾ ਹੈ, ਕੌਣ ਪੁੱਛਦਾ ਆ? ਜਿਹੜੇ ਲੋਕ ਬੰਦਿਆਂ ਵਰਗੇ ਕੰਮ ਕਰਦੇ, ਉਹਨਾਂ ਨੂੰ ਹੀ ਸਤਿਕਾਰ ਦਿੰਦੇ, ਉਹਨਾਂ ਨੂੰ ਹੀ ਅਦਬ ਦਿੱਤਾ ਜਾਂਦਾ। ਇਹ ਜਿਹੜਾ ਰੂਪ ਆ, ਇਹ ਗੁਰੂ ਸਿਖਾਉਂਦਾ ਆ, ਤੇ ਗੁਰੂ ਇਹਦੇ ਪ੍ਰਤੀ ਵਿਸ਼ਵਾਸ ਦਿਵਾਉਂਦਾ। ਤੇ ਗੁਰੂ ਕਹਿੰਦਾ ਤੂੰ ਜੇ ਸੱਚ ਦੇ ਰਾਹ ਤੇ ਤੁਰਨ ਵਾਸਤੇ ਤਿਆਰ ਹੋਏਗਾ ਨਾ, ਸਾਰੀ ਕੁਦਰਤ, ਜਿਹਨੂੰ ਤੁਸੀਂ ਬਚਨ ਪੜ੍ਹਦੇ ਆ, ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਬੰਦੇ ਨੂੰ ਵਡਿਆਈ ਵੀ ਚਾਹੀਦੀ ਹੈ, ਬੰਦੇ ਨੂੰ ਸਤੁਤੀ ਵੀ ਚਾਹੀਦੀ ਹੈ। ਇੱਥੇ ਬਚਨ ਆਇਆ, ਸਰਬ ਨਿਧਾਨ ਪੂਰਨ ਗੁਰੂਦੇਵ ਰਹਾਓ, ਹਰ ਹਰ ਨਾਮ ਜਪਤ ਨਰ ਜੀਵੇ। ਬਾਕੀ ਜਿਉਣਾ ਵਕਾਰਾਂ ਵਿੱਚ ਵੀ ਜਿਉਣਾ ਹੀ ਆ। ਬੰਦਾ ਸਮਝਦਾ ਕਿ ਵਕਾਰ ਭੋਗਦਾ ਵੇ, ਪਰ ਬਾਣੀ ਕਹਿੰਦੀ ਉਹ ਜਿਉਣਾ ਬੇਕਾਰ ਜਿਉਣਾ ਆ। ਅਸਲ ਜਿਉਣਾ ਇਹ ਆ, ਬੰਦਾ ਸ਼ੁਭ ਗੁਣਾਂ ਨਾਲ ਜੀਏ। ਜਦੋਂ ਜੀਏ ਤੇ ਆਪਣੇ ਆਪ ਤੇ ਮਾਣ ਮਹਿਸੂਸ ਹੋਏ, ਮੈਂ ਧਰਤੀ ਤੇ ਕੁਛ ਚੰਗੇਰਾ ਕਰਕੇ ਜਾ ਰਿਹਾ। ਸਾਹਿਬ ਕਹਿੰਦੇ ਇਹ ਨਾਮ ਦੇ ਵਿੱਚੋਂ ਆਏਗਾ, ਹਰ ਹਰ ਨਾਮ ਜਪਤ ਨਰ ਜੀਵੇ, ਮਰਖੁਆਰ ਸਾਕਤ ਨਰ ਥੀਵੇ। ਬੜਾ ਸਾਕਤ ਮਤੀ ਆਇਆ, ਜਿਹੜਾ ਸਿਰਫ ਸ਼ਕਤੀ ਦੀ ਆਸਥਾ ਤੇ ਵਕਾਰੀ ਦੁਨੀਆ ਦੇ ਵਿੱਚ ਆ, ਉਹ ਤੇ ਮਰਿਆ ਹੋਇਆ, ਜਿਉਂਦਾ ਕਦ ਆਇਆ? ਉਹ ਤੇ ਖੁਆਰੀ ਭੋਗ ਰਿਹਾ। ਮਰਖੁਆਰ ਸਾਕਤ ਨਰ ਥੀਵੇ, ਰਾਮ ਨਾਮ ਹੋਵਾ ਰਖਵਾਰਾ। ਬਾਬਾ ਜੀ, ਮੈਂ ਸਾਕਤ ਬਣ ਕੇ ਨਹੀਂ ਜੀਣਾ ਚਾਹੁੰਦਾ, ਮੈਂ ਪ੍ਰਭੂ ਭਗਤ ਹੋ ਕੇ ਜੀਣਾ ਚਾਹੁੰਦਾ, ਪਰ ਮੇਰੀ ਤੇ ਮੱਤ ਵੀ ਨਹੀਂ ਟਿਕਦੀ। ਬਾਬਾ ਜੀ ਕਹਿੰਦੇ ਰਾਖਾ ਕਰਤਾਰ ਹੋਏਗਾ, ਉਹਦਾ ਤੂੰ ਆਸਰਾ ਪਰਨਾ ਤੱਕ। ਰਾਮ ਨਾਮ ਹੋਵਾ ਰਖਵਾਰਾ, ਝੱਖ ਮਾਰੋ ਸਾਕਤ ਵਿਚਾਰਾ। ਤੇ ਜਿਹੜਾ ਸਾਕਤ ਆ, ਉਹਨੂੰ ਵਿਚਾਰਾ ਕਿਹਾ, ਉਹਦੀ ਲਾਚਾਰਗੀ ਦੀ ਗੱਲ ਕੀਤੀ ਹੈ। ਉਹ ਵਿਚਾਰਾ ਝੱਖ ਮਾਰ ਕੇ ਤੁਰ ਜਾਂਦਾ ਧਰਤੀ ਤੋਂ। ਇਸ ਕਰਕੇ ਇਹ ਵੀ ਤਰਲਾ ਹੈ ਕਿ ਮਾਲਕ ਸਹੀ ਰਾਹ ਤੇ ਪਾਈ, ਮੈਨੂੰ ਜਿਹੜਾ ਹੈਗਾ ਪੰਧ ਵਿਖਾਈ, ਰਾਹ ਵਿਖਾਈ, ਮੈਨੂੰ ਭੁਲਾਈ ਨਾ। ਕਿਉਂਕਿ ਬਾਣੀ ਦਾ ਕਹਿੰਦਾ ਜਿਸਨੇ ਦਿਖਾ ਲੈ ਵਾਟੜੀ ਤਿਸੈ ਭੁਲਾਵੇ ਕੌਣ। ਜਿਹਨੂੰ ਤੂੰ ਰਾਹ ਵਿਖਾਏ ਉਹਨੂੰ ਕੌਣ ਭੁਲਾਵੇ। ਇਸ ਕਰਕੇ ਮਾਲਕ, ਮੈਂ ਸਾਕਤ ਨਹੀਂ ਬਣਨਾ ਚਾਹੁੰਦਾ, ਮੈਂ ਤੇਰੇ ਰਾਹ ਤੇ ਤੁਰਨਾ ਚਾਹੁੰਦਾ। ਕਿਉਂਕਿ ਪਤਾ ਆ ਝੱਖ ਮਾਰੋ ਸਾਕਤ ਵਿਚਾਰਾ, ਨਿੰਦਾ ਕਰ ਕਰ ਪਛਾਏ ਕਨੇਰੇ। ਧਰਤੀ ਦੇ ਉੱਤੇ
ਜਾਂ ਅਸੀਂ ਰੱਬ ਦੀ ਸਤੁਤੀ 'ਚ ਜੀ ਸਕਨੇ ਆ ਜਾਂ ਸੰਸਾਰ ਦੀ ਨਿੰਦਾ 'ਚ ਜੀ ਸਕਨੇ ਆ। ਚੋਇਸ ਸਾਡੀ ਹੈ। ਅਸੀਂ ਚਾਹੀਏ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਦੁਨੀਆ ਨੂੰ ਭੰਡਦੇ ਹੋਏ ਜੀਏ ਵੀ ਸਾਰੀ ਦੁਨੀਆ ਮਾੜੀ ਤੇ ਮੈਂ ਸਭ ਤੋਂ ਚੰਗਾ। ਦੈਟ ਇਜ਼ ਈਗੋਟਿਸਟ ਐਟੀਟਿਊਡ ਐਂਡ ਮੋਸਟ ਆਫ ਅਸ ਵੀ ਆਰ ਲਿਵਿੰਗ ਇਨ ਦੈਟ ਕਾਈਂਡ ਆਫ ਇੰਪ੍ਰੈਸ਼ਨ ਐਂਡ ਬਾਬਾ ਜੀ ਸੇਇੰਗ ਨਾ, ਇਹ ਜਿਹੜਾ ਨਿੰਦਾ ਕਰ ਕਰ ਪਛਾਂ ਘਨੇਰੇ ਮ੍ਰਿਤਕ ਫਾਸ ਗਲੇ ਸਿਰ ਪੈਰੇ। ਇਹ ਜਿਹੜਾ ਮ੍ਰਿਤਕ ਆ ਇਹ ਅਸੀਂ ਫਾਹੀ ਲੈ ਲੈਂਦਾ ਗਲੇ ਵਿੱਚ ਕਿ ਉਹਦੇ ਸਿਰ ਥੱਲੇ ਤੇ ਪੈਰ ਉੱਤੇ ਹੋ ਜਾਂਦਾ, ਭਾਵ ਆਪਣਾ ਜੀਵਨ ਗਵਾ ਜਾਂਦਾ। ਕਹੋ ਨਾਨਕ ਜਪੈ ਜਨ ਨਾਮ, ਇਹ ਨਾਨਕ ਕਹਿ ਜਿਹੜੇ ਜਨ ਪ੍ਰਭੂ ਦਾ ਨਾਮ ਜਪਦੇ ਤਾਂ ਕਿ ਨਿਕਲ ਨਾ ਆਵੇ ਜਾਮ। ਅਲਟੀਮੇਟਲੀ ਉਹ ਜਮਾਂ ਦੀ ਮੌਤ ਵੀ ਨਹੀਂ ਮਰਦੇ, ਉਹ ਫਿਰ ਧਰਤੀ ਤੋਂ ਮੁਕਤ ਹੋ ਕੇ ਹੀ ਆਪਣਾ ਜੀਵਨ ਸਫਲਾ ਕਰਕੇ ਵਿਦਾ ਹੁੰਦੇ। ਸਭ ਰਹਿਮਤ ਕਰਨ, ਐਸੇ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਿਓ। ਇੱਕ ਵਾਰ ਫਿਰ ਸਰਦਾਰ ਬੇਅੰਤ ਸਿੰਘ ਦੇ ਸ਼ਹਾਦਤ ਨੂੰ ਨਮਸਕਾਰ ਕਰਦੇ ਹੋਇਆਂ ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ ਦੇ ਨਾਲ ਸਮਾਪਤੀ ਕਰੀਏ। ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।